My name is Anurag Sharma and my roll number is 233. I am a student of Guru Nanak Dev Polytechnical College Ludhiana. So today I will talk about entrepreneurship. ਤਾਂ ਅਗਰ ਐਂਟਰਪ੍ਰੇਨਿਓਰਸ਼ਿਪ ਨੂੰ ਮੈਂ ਇੱਕ ਲਾਈਨ ਨਾਲ ਡਿਫਾਈਨ ਕਰਾਂ ਤਾਂ ਉਹ ਕੁਝ ਇੱਦਾਂ ਹੋਏਗੀ, ਸੈਟਿੰਗ ਅਪ ਬਿਜ਼ਨਸ ਵਿਦ ਏਮ ਟੂ ਮੇਕ ਅ ਪ੍ਰੋਫਿਟ। ਠੀਕ ਹੈ, ਤਾਂ ਹੁਣ ਇਸੇ ਚੀਜ਼ ਨੂੰ ਹੀ ਇੱਥੇ ਡਿਫਾਈਨ ਕੀਤਾ ਹੋਇਆ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਆ ਐਂਟਰਪ੍ਰੇਨਿਓਰਸ਼ਿਪ। It is an activity of start a business by taking financial risk in the hope of profit। ਮਤਲਬ ਐਂਟਰਪ੍ਰੇਨਿਓਰਸ਼ਿਪ ਕੀ ਹੈ? ਐਂਟਰਪ੍ਰੇਨਿਓਰਸ਼ਿਪ ਇੱਕ ਐਕਟੀਵਿਟੀ ਹੈ ਕਿਸੇ ਵੀ ਬਿਜ਼ਨਸ ਨੂੰ ਸਟਾਰਟ ਕਰਨ ਦੀ, ਫਾਈਨੈਂਸ਼ੀਅਲ ਰਿਸਕ ਲੈ ਕੇ ਅੱਗੇ ਜਾ ਕੇ ਆਪਾਂ ਨੂੰ ਪ੍ਰੋਫਿਟ ਹੋਵੇ ਉਹਦੀ ਹੋਪ ਦੇ ਵਿੱਚ। ਠੀਕ ਹੈ, ਇਨ ਦਾ ਹੋਪ ਆਫ ਪ੍ਰੋਫਿਟ। ਹੁਣ ਐਂਟਰਪ੍ਰੇਨਿਓਰ ਕੀ ਹੈ? ਜਿਹੜਾ ਇਸ ਐਕਟੀਵਿਟੀ ਨੂੰ ਸ਼ੁਰੂ ਕਰਦਾ ਉਹ ਪਰਟੀਕੂਲਰ ਪਰਸਨ ਨੂੰ ਹੀ ਆਪਾਂ ਐਂਟਰਪ੍ਰੇਨਿਓਰ ਕਹਿੰਦੇ ਹਾਂ। ਅ ਪਰਸਨ ਹੂ ਸਟਾਰਟ ਅ ਬਿਜ਼ਨਸ ਔਰ ਵਰਕ ਬਾਈ ਟੇਕ ਫਾਈਨੈਂਸ਼ੀਅਲ ਰਿਸਕ ਇਨ ਦਾ ਹੋਪ ਆਫ ਪ੍ਰੋਫਿਟ ਇਜ਼ ਕੋਲਡ ਐਂਟਰਪ੍ਰੇਨਿਓਰ। ਇੱਕ ਪਰਸਨ ਜਿਹੜਾ ਇੱਕ ਬਿਜ਼ਨਸ ਨੂੰ ਸਟਾਰਟ ਕਰਦਾ ਹੈ ਫਾਈਨੈਂਸ਼ੀਅਲ ਰਿਸਕ ਲੈਂਦਿਆਂ ਹੋਇਆ, ਤਾਂ ਪ੍ਰੋਫਿਟ ਦੀ ਹੋਪ ਦੇ ਵਿੱਚ ਉਹਨੂੰ ਆਪਾਂ ਐਂਟਰਪ੍ਰੇਨਿਓਰ ਕਹਿੰਦੇ ਹਾਂ। ਤਾਂ ਫਾਈਨੈਂਸ਼ੀਅਲ ਰਿਸਕ ਦੇ ਵਿੱਚ ਲੋਨ ਆ ਜਾਂਦਾ ਹੈ। ਅਗਰ ਆਪਾਂ ਕਿਸੇ ਆਪਣੇ ਫਰੈਂਡ ਤੋਂ ਪੈਸੇ ਉਧਾਰ ਲੈ ਕੇ ਅਗਰ ਆਪਾਂ ਆਪਣਾ ਬਿਜ਼ਨਸ ਸ਼ੁਰੂ ਕਰਦੇ ਹਾਂ, ਕੋਈ ਆਪਣਾ ਸਟਾਰਟਅਪ ਸ਼ੁਰੂ ਕਰਦੇ ਹਾਂ, ਤਾਂ ਉਹਨੂੰ ਫਾਈਨੈਂਸ਼ੀਅਲ ਰਿਸਕ ਕਹਿ ਲੈਂਦੇ ਆ। ਤਾਂ ਆਪਣਾ ਨੈਕਸਟ ਪੁਆਇੰਟ ਹੈ ਕੁਆਲਿਟੀਜ਼ ਆਫ ਐਨ ਐਂਟਰਪ੍ਰੇਨਿਓਰ। ਇੱਕ ਐਂਟਰਪ੍ਰੇਨਿਓਰ ਦੇ ਵਿੱਚ ਕਿਹੜੀ ਕਿਹੜੀ ਕੁਆਲਿਟੀਜ਼ ਹੁੰਦੀਆਂ ਅਤੇ ਇਹ ਹੋਣੀਆਂ ਵੀ ਚਾਹੀਦੀਆਂ। ਤਾਂ ਸਭ ਤੋਂ ਪਹਿਲਾ ਪੁਆਇੰਟ ਹੈ ਇਹਦੇ ਵਿੱਚ ਰਿਸਕ ਟੇਕਿੰਗ। ਐਨ ਐਂਟਰਪ੍ਰੇਨਿਓਰ ਇਜ਼ ਆਲਵੇਜ਼ ਰੈਡੀ ਟੂ ਟੇਕ ਸਮੋਲ ਔਰ ਬਿਗ ਰਿਸਕ ਇਨ order ਟੂ ਅਚੀਵ ਹਿਸ ਗੋਲਸ। ਰਿਸਕ ਇਨਕਲੂਡਸ ਫਾਈਨੈਂਸ਼ੀਅਲ ਲੋਸ, ਪ੍ਰੋਪਰਟੀ, ਟਾਈਮ ਐਂਡ ਰਿਸੋਰਸਿਸ। ਮਤਲਬ ਇੱਕ ਐਂਟਰਪ੍ਰੇਨਿਓਰ ਆਪਣੇ ਗੋਲ ਨੂੰ ਅਚੀਵ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣ ਨੂੰ ਹਮੇਸ਼ਾ ਤਿਆਰ ਹੁੰਦਾ। ਹੁਣ ਉਹ ਰਿਸਕ ਕਿੱਦਾਂ ਦਾ ਹੋ ਸਕਦਾ? ਉਹ ਫਾਈਨੈਂਸ਼ੀਅਲ ਲੋਸ ਹੋ ਸਕਦਾ। ਮਤਲਬ ਅਗਰ ਉਹਨੇ ਕੋਈ ਬਿਜ਼ਨਸ ਸ਼ੁਰੂ ਕੀਤਾ ਤਾਂ ਉਹਨੇ ਲੋਨ ਲਿਆ ਜਾਂ ਆਪਣੇ ਕਿਸੇ ਫਰੈਂਡ ਤੋਂ ਪੈਸੇ ਲਏ ਆ। ਹੁਣ ਅਗਰ ਉਹਦਾ ਬਿਜ਼ਨਸ ਨਾ ਚੱਲੇ ਤਾਂ ਫਿਰ ਉਹ ਫਾਈਨੈਂਸ਼ੀਅਲ ਲੋਸ ਹੋ ਗਿਆ ਨਾ। ਉਹ ਮਤਲਬ ਉਹ ਤਾਂ ਜਿਹੜਾ ਉਹਨੇ ਪੈਸਾ ਲਾਇਆ ਉਹ ਤਾਂ ਉਹਦਾ ਫਾਈਨੈਂਸ਼ੀਅਲ ਲੋਸ ਦੇ ਵਿੱਚ ਚਲਾ ਗਿਆ। ਤਾਂ ਇੱਕ ਤਰ੍ਹਾਂ ਦਾ ਰਿਸਕ ਲਿਆ ਉਹਨੇ। ਅਤੇ ਪ੍ਰੋਪਰਟੀ, ਅਗਰ ਉਹਨੇ ਕੋਈ ਪ੍ਰੋਪਰਟੀ ਆਪਣੀ ਗਿਰਵੀ ਰੱਖੀ ਹੈ ਤਾਂ ਉਹ ਵੀ ਇੱਕ ਰਿਸਕ ਹੋ ਗਿਆ। ਉਹਦਾ ਟਾਈਮ ਕਿੰਨਾ ਵੇਸਟ ਹੋਊਗਾ ਅੱਗੇ ਅਗਰ ਉਹਦਾ ਬਿਜ਼ਨਸ ਨਾ ਚੱਲਿਆ। ਅਤੇ ਰਿਸੋਰਸਿਸ, ਕਿਸੇ ਵੀ ਤਰ੍ਹਾਂ ਦੇ ਰਿਸੋਰਸਿਸ। ਤਾਂ ਉਹ ਮੇਨ ਗੱਲ ਇਹ ਹੈ ਕਿ ਉਹ ਰਿਸਕ ਟੇਕਿੰਗ ਦੀ ਕੁਆਲਿਟੀ ਜਿਹੜੀ ਹੈ ਉਹ ਐਂਟਰਪ੍ਰੇਨਿਓਰ ਦੇ ਵਿੱਚ ਹੋਣੀ ਚਾਹੀਦੀ ਹੈ ਅਤੇ ਹੁੰਦੀ ਵੀ ਹੈ। ਤਾਂ ਆਪਣਾ ਅਗਲਾ ਪੁਆਇੰਟ ਹੈ ਸੈਲਫ ਬਿਲੀਵ। Entrepreneur do whatever they want to do. They are confident in themselves and believe in the work they are doing। ਜਿਹੜੇ ਐਂਟਰਪ੍ਰੇਨਿਓਰਸ ਹੁੰਦੇ ਆ, ਜੋ ਉਹਨਾਂ ਦੇ ਦਿਲ ਕਰਦਾ ਉਹ ਕਰਦੇ ਆ ਅਤੇ ਉਹ ਆਪਣੇ ਆਪ ਦੇ ਵਿੱਚ ਬੜੇ ਕੌਨਫੀਡੈਂਟ ਹੁੰਦੇ ਆ ਅਤੇ ਉਹਨਾਂ ਨੂੰ ਆਪਣੀ ਜਿਹੜਾ ਵੀ ਉਹ ਕੰਮ ਕਰਦੇ ਆ ਉਹਨਾਂ ਨੂੰ ਆਪਣੇ ਆਪ 'ਤੇ ਬਿਲੀਵ ਹੁੰਦਾ। ਤਾਂ ਅਗਲਾ ਆ ਗਿਆ ਹਾਰਡ ਵਰਕ। ਹਾਰਡ ਵਰਕ ਇਜ਼ ਦਾ ਕੀ ਟੂ ਸਕਸੈਸ, ਜੋ ਆਪਾਂ ਸਾਰੇ ਜਾਣਦੇ ਹਾਂ। ਐਂਟਰਪ੍ਰੇਨਿਓਰਸ ਆਰ ਵੈਰੀ ਹਾਰਡ ਵਰਕਿੰਗ ਇਨ order ਟੂ ਅਚੀਵ ਦੇਅਰ ਗੋਲਸ। ਜਿਹੜੇ ਐਂਟਰਪ੍ਰੇਨਿਓਰ ਹੁੰਦੇ ਆ ਬੜੇ ਜ਼ਿਆਦਾ ਹਾਰਡ ਵਰਕਿੰਗ ਹੁੰਦੇ ਆ ਆਪਣੇ ਗੋਲਸ ਨੂੰ ਅਚੀਵ ਕਰਨ ਲਈ, ਕਿਉਂਕਿ ਉਹਨਾਂ ਨੇ ਫਾਈਨੈਂਸ਼ੀਅਲ ਰਿਸਕ ਲਿਆ ਹੁੰਦਾ। ਨਾਲੇ ਇੱਕ ਇਹਨਾਂ ਦੇ ਵਿੱਚ ਵੈਸੇ ਵੀ ਇੱਕ ਖਾਸੀਅਤ ਹੁੰਦੀ ਆ ਹਾਰਡ ਵਰਕ ਦੀ, ਅਡੈਪਟੇਬਿਲਿਟੀ। ਐਂਟਰਪ੍ਰੇਨਿਓਰ ਸ਼ੁੱਡ ਬੀ ਐਡਜਸਟੇਬਲ ਟੂ ਦ ਚੇਂਜਿਸ ਆਫ ਮਾਰਕੀਟ, ਕਸਟਮਰਸ ਐਂਡ ਐਨੀ ਇਨਵਾਇਰਮੈਂਟ। ਤਾਂ ਹੁਣ ਅਡੈਪਟੇਬਿਲਿਟੀ ਨੂੰ ਮੈਂ ਇੱਥੇ ਈਜ਼ੀ ਲਾਈਨ ਦੇ ਵਿੱਚ, ਇੱਕ ਈਜ਼ੀ ਵਰਡਿੰਗ ਦੇ ਵਿੱਚ ਡਿਫਾਈਨ ਕੀਤਾ ਗਿਆ। ਅਡੈਪਟੇਬਿਲਿਟੀ ਦ ਕੁਆਲਿਟੀ ਆਫ ਬੀਂਗ ਏਬਲ ਟੂ ਐਡਜਸਟ ਟੂ ਨਿਊ ਕੰਡੀਸ਼ਨਸ। ਠੀਕ ਹੈ, ਕਿਸੇ ਵੀ ਨਵੀਂ ਕੰਡੀਸ਼ਨ ਦੇ ਵਿੱਚ ਖੁਦ ਨੂੰ ਐਡਜਸਟ ਕਰਨਾ, ਉਹਨੂੰ ਆਪਾਂ ਅਡੈਪਟੇਬਿਲਿਟੀ ਕਹਿ ਲੈਂਦੇ ਹਾਂ। ਤਾਂ ਹੁਣ ਉਹੀ ਲਿਖਿਆ ਗਿਆ ਕਿ ਕਾਫੀ ਤਰ੍ਹਾਂ ਦੇ ਬਦਲਾਅ ਮਾਰਕੀਟ ਦੇ ਵਿੱਚ ਆਉਂਦੇ ਰਹਿੰਦੇ ਆ ਅਤੇ ਕਸਟਮਰਸ ਦੀ ਡਿਮਾਂਡ ਨੂੰ ਲੈ ਕੇ ਵੀ ਕਾਫੀ ਬਦਲਾਅ ਆਉਂਦੇ ਆ ਅਤੇ ਉਹ ਇਸ ਚੀਜ਼ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਬੜੇ ਆਰਾਮ ਨਾਲ ਕਰ ਲੈਂਦੇ ਆ। ਤਾਂ ਹੁਣ ਨੈਕਸਟ ਆਪਣਾ ਹੈਗਾ ਕ੍ਰੀਏਟਿਵ। Entrepreneurs are very creative when they create any business idea. They are able to convert an old idea into a new idea। ਪੁਰਾਣਾ ਆਈਡੀਆ ਉਹਨੂੰ ਉਹ ਨਵੇਂ ਆਈਡੀਆ ਦੇ ਵਿੱਚ ਬਦਲ ਦਿੰਦੇ ਆ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਦੇ ਲਈ। ਮਤਲਬ ਉਹ ਬੜੇ ਕ੍ਰੀਏਟਿਵ ਹੁੰਦੇ ਆ। ਤਾਂ ਅਗਰ ਆਪਾਂ ਕ੍ਰੀਏਟਿਵਿਟੀ ਨੂੰ ਐਂਟਰਪ੍ਰੇਨਿਓਰਸ਼ਿਪ ਦੇ ਵਿੱਚ ਅਗਰ ਆਪਾਂ ਉਹਨੂੰ ਇੱਕ ਲਾਈਨ 'ਚ ਡਿਫਾਈਨ ਕਰੀਏ ਤਾਂ ਕੁਛ ਐਵੇਂ ਬਣ ਸਕਦੀ ਹੈ ਲਾਈਨ, ਦ ਥਿੰਗ ਹੂ ਨੈਵਰ ਹੈਡ ਡਨ ਟਿਲ ਇਨ ਦਾ ਮਾਰਕੀਟ। ਜਿਹੜੀ ਚੀਜ਼ ਹਜੇ ਤੱਕ ਮਾਰਕੀਟ ਦੇ ਵਿੱਚ ਨਹੀਂ ਹੋਈ ਹੈ, ਇੱਕ ਐਂਟਰਪ੍ਰੇਨਿਓਰ ਉਸ ਚੀਜ਼ ਨੂੰ ਡਿਵੈਲਪ ਕਰਦਾ ਤਾਂ ਕਿ ਉਹਦਾ ਜਿਹੜਾ ਬਿਜ਼ਨਸ ਹੈ ਉਹ ਅੱਗੇ ਵਧੇ। ਮਤਲਬ ਉਹ ਨਵੇਂ ਆਈਡੀਆਸ ਲਿਆਉਂਦਾ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਲਈ, ਕ੍ਰੀਏਟਿਵ ਹੁੰਦਾ। ਠੀਕ, ਤਾਂ ਨੈਕਸਟ ਆਪਣਾ ਪੁਆਇੰਟ ਆਉਂਦਾ ਸਟਰੋਂਗ ਵਿਲ, ਮਤਲਬ ਵਿਲ ਪਾਵਰ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਇੱਥੇ ਲਿਖਿਆ ਦ ਸਕਸੈਸਫੁਲ ਐਂਟਰਪ੍ਰੇਨਿਓਰਸ ਸਟਾਰਟ ਦੇਅਰ ਬਿਜ਼ਨਸ ਵਿਦ ਦ ਪੋਜ਼ੀਟਿਵ ਹੋਪ ਦੇ ਅਚੀਵ ਦੇਅਰ ਗੋਲਸ ਬਾਈ ਟੇਕਿੰਗ ਸਮੋਲ ਸਟੈਪਸ ਵਿਦ ਪੋਜ਼ੀਟਿਵਿਟੀ and confidence। They never tired or bored from their work।
ਠੀਕ ਹੈ ਨਾ। ਹੁਣ ਆਪਾਂ ਇਹਨੂੰ ਅਗਰ ਡਿਫਾਈਨ ਕਰੀਏ ਤਾਂ ਜਿਹੜੇ ਕਹਿੰਦੇ ਜਿਹੜੇ ਸਕਸੈਸਫੁਲ ਐਂਟਰਪ੍ਰੇਨਿਓਰਸ ਹੁੰਦੇ ਆ ਉਹ ਆਪਣਾ ਬਿਜ਼ਨਸ ਸਟਾਰਟ ਕਰਦੇ ਆ ਇੱਕ ਪੋਜ਼ੀਟਿਵ ਹੋਪ ਦੇ ਵਿੱਚ, ਉਹਨਾਂ ਦੇ ਵਿੱਚ ਪੋਜ਼ੀਟਿਵਿਟੀ ਹੁੰਦੀ ਹੈ। ਇਸ ਦੇ ਵਿੱਚ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਦੀ ਵਿਲ ਪਾਵਰ ਬੜੀ ਸਟਰੋਂਗ ਹੁੰਦੀ ਹੈ ਅਤੇ ਉਹਨਾਂ ਦੇ ਵਿੱਚ ਇੱਕ ਪੋਜ਼ੀਟਿਵ ਹੋਪ ਹੁੰਦੀ ਹੈ ਤਾਂ ਅਤੇ ਉਹ ਆਪਣੇ ਆਪ 'ਚ ਬੜੇ ਕੌਨਫੀਡੈਂਸ ਹੁੰਦੇ ਆ, ਜੋ ਕਿ ਆਪਾਂ ਇੱਥੇ ਪਹਿਲਾਂ ਪੜ੍ਹਿਆ ਹੋਇਆ ਸੀਗਾ, ਸੈਲਫ ਬਿਲੀਵ ਹੁੰਦਾ ਨਾ ਉਹਨਾਂ ਦੇ ਵਿੱਚ। ਦੇ ਨੈਵਰ ਟਾਇਰਡ ਔਰ ਬੋਰਡ ਫਰੋਮ ਦੇਅਰ ਵਰਕ, ਕਿਉਂਕਿ ਉਹ ਹਾਰਡ ਵਰਕਰ ਹੁੰਦੇ ਆ, ਉਹ ਕਦੇ ਥੱਕਦੇ ਨਹੀਂ ਅਤੇ ਕਦੇ ਆਪਣੇ ਕੰਮ ਤੋਂ ਬੋਰ ਨਹੀਂ ਆਉਂਦੇ। ਉਹਨਾਂ ਨੂੰ ਬਸ ਆਪਣੇ ਬਿਜ਼ਨਸ ਦੇ ਵਿੱਚ ਉਹ ਸਕਸੈਸਫੁਲ ਹੋਣਾ ਚਾਹੁੰਦੇ ਆ ਉਹਨਾਂ ਨੂੰ। ਤਾਂ ਆਪਣਾ ਨੈਕਸਟ ਆ ਗਿਆ ਮੋਟੀਵੇਸ਼ਨ। ਐਨ ਐਂਟਰਪ੍ਰੇਨਿਓਰ ਸ਼ੁੱਡ ਹੈਵ ਅ ਸਟਰੋਂਗ ਮੋਟੀਵੇਸ਼ਨ ਟੂ ਅਚੀਵ ਹਿਸ ਗੋਲਸ। ਹੀ ਆਲਸੋ ਹੈਜ਼ ਐਬਿਲਿਟੀ ਟੂ ਮੋਟੀਵੇਟ ਹਿਸ ਟੀਮ ਮੈਂਬਰਸ। ਕਹਿੰਦੇ ਜਿਹੜਾ ਇੱਕ ਐਂਟਰਪ੍ਰੇਨਿਓਰ ਹੁੰਦਾ ਉਹਨੂੰ ਇੱਕ ਸਟਰੋਂਗ ਮੋਟੀਵੇਸ਼ਨ ਦੀ ਜ਼ਰੂਰਤ ਹੁੰਦੀ ਆ ਹਰ ਟਾਈਮ ਦੇ ਵਿੱਚ। ਹੀ ਆਲਸੋ ਹੈਜ਼ ਐਬਿਲਿਟੀ ਟੂ ਮੋਟੀਵੇਟ ਹਿਸ ਟੀਮ ਮੈਂਬਰਸ, ਅਤੇ ਉਹਦੇ ਵਿੱਚ ਇੱਕ ਇਹ ਵੀ ਐਬਿਲਿਟੀ ਹੋਣੀ ਚਾਹੀਦੀ ਕਿ ਉਹ ਆਪਣੇ ਟੀਮ ਮੈਂਬਰਸ ਜਿਹੜੇ ਉਹਦੇ ਅੰਡਰ ਵਰਕਰ ਜਿਹੜੇ ਉਹਦੇ ਕੰਮ ਕਰ ਰਹੇ ਆ ਜਾਂ ਉਹਦੇ ਨਾਲ ਜਿਹੜੇ ਟੀਮ ਮੈਂਬਰਸ ਨੇ ਉਹਦੇ, ਅਤੇ ਉਹਨਾਂ ਨੂੰ ਵੀ ਉਹ ਮੋਟੀਵੇਟ ਰੱਖੇ ਤਾਂ ਕਿ ਉਹ ਵੀ ਆਪਣੇ ਜਿਹੜਾ ਗੋਲ ਨੂੰ ਅਚੀਵ ਕਰਨ ਲਈ ਹਮੇਸ਼ਾ ਮੋਟੀਵੇਟ ਰਹਿਣ। ਮੈਂਟਲ ਐਬਿਲਿਟੀ। Entrepreneur should be mentally strong and confident. They should not to be affected by any person's likes or dislikes. ਹੁਣ ਇੱਕ ਐਂਟਰਪ੍ਰੇਨਿਓਰ ਨੂੰ ਜਿਹੜਾ ਹੁੰਦਾ ਉਹ ਮੈਂਟਲੀ ਸਟਰੋਂਗ ਹੋਣਾ ਚਾਹੀਦਾ ਅਤੇ ਉਹਨੂੰ ਆਪਣੇ ਬੜਾ ਕੌਨਫੀਡੈਂਟ ਹੋਣਾ ਚਾਹੀਦਾ ਅਤੇ ਦੇ ਸ਼ੁੱਡ ਨੋਟ ਟੂ ਬੀ ਅਫੈਕਟਿਡ ਬਾਈ ਐਨੀ ਪਰਸਨਸ ਲਾਈਕਸ ਔਰ ਡਿਸਲਾਈਕਸ। ਕੋਈ ਜਿਹੜੇ ਸਾਹਮਣੇ ਵਾਲਾ ਉਹਦਾ ਕੀ ਸੋਚ ਰਿਹਾ, ਕੀ ਉਹਦੀ ਪਸੰਦ ਹੈ, ਕੀ ਉਹਦੀ ਨਾਪਸੰਦ ਹੈ, ਉਹਦੇ ਬਾਰੇ ਅੱਛਾ ਸੋਚ ਰਿਹਾ ਜਾਂ ਮਾੜਾ ਸੋਚ ਰਿਹਾ, ਉਹਨੂੰ ਇਸ ਚੀਜ਼ ਤੋਂ ਕੋਈ ਫ਼ਰਕ ਨਹੀਂ ਪੈਣਾ ਚਾਹੀਦਾ, ਤਾਂ ਹੀ ਉਹ ਇੱਕ ਅਸਲੀ ਐਂਟਰਪ੍ਰੇਨਿਓਰ ਕਹਿਲਾਏਗਾ ਨਾ। ਨੈਕਸਟ ਆ ਗਿਆ ਕਮਿਊਨੀਕੇਸ਼ਨ ਐਬਿਲਿਟੀ। An entrepreneur should have good communication skills. He should express his ideas to his team members. ਉਹਦੇ ਵਿੱਚ ਇੱਕ ਅੱਛੀ ਕਮਿਊਨੀਕੇਸ਼ਨ ਸਕਿੱਲਸ ਹੋਣੀ ਚਾਹੀਦੀਆਂ, ਤਾਂ ਹੀ ਉਹ ਆਪਣਾ ਆਈਡੀਆ ਜਿਹੜਾ ਆਪਣੇ ਟੀਮ ਮੈਂਬਰਸ ਦੇ ਅੱਗੇ ਰੱਖ ਪਾਏਗਾ। ਕਮਿਊਨੀਕੇਸ਼ਨ ਸਕਿੱਲਸ ਵਿਲ ਹੈਲਪ ਹਿਮ ਟੂ ਮੋਟੀਵੇਟ ਹਿਸ ਟੀਮ ਮੈਂਬਰਸ ਆਲਸੋ, ਕਿ ਉਹ ਜਿਹੜਾ ਅਗਰ ਉਹਦੇ 'ਚ ਅੱਛੀ ਕਮਿਊਨੀਕੇਸ਼ਨ ਸਕਿੱਲਸ ਹੋਏਗੀ ਤਾਂ ਹੀ ਉਹ ਸਪੀਚ ਦੇ ਕੇ ਜਾਂ ਕੁਛ ਕਹਿ ਕੇ ਉਹਨਾਂ ਨੂੰ ਜਾਂ ਕੁਛ ਦੱਸ ਕੇ ਉਹਨਾਂ ਨੂੰ ਮੋਟੀਵੇਟ ਕਰ ਪਾਏਗਾ ਆਪਣੇ ਟੀਮ ਮੈਂਬਰਸ ਨੂੰ। ਤਾਂ ਕਮਿਊਨੀਕੇਸ਼ਨ ਸਕਿੱਲਸ ਜਿਹੜੀਆਂ ਹੈ ਉਹ ਇੱਕ ਐਂਟਰਪ੍ਰੇਨਿਓਰ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਹੈ। ਟਾਈਮ ਮੈਨੇਜਮੈਂਟ। An entrepreneur should have good time management skills so that he can ਕੰਪਲੀਟ ਹਿਸ ਟਾਸਕ ਵਿਦਇਨ ਟਾਈਮ ਲਿਮਿਟ। ਜਿਹੜਾ ਉਹਦਾ ਟਾਈਮ ਲਿਮਿਟ ਹੈ, ਜਿਹੜੀ ਉਹਦੀ ਟਾਈਮ ਦੀ ਲਿਮਿਟ ਹੈ ਕਿ ਇੱਥੋਂ ਤੱਕ ਮੈਂ ਇਹ ਕੰਮ ਪੂਰਾ ਕਰਨਾ, ਤਾਂ ਉਹ ਉੱਥੋਂ ਤੱਕ ਟਾਈਮ ਆਪਣਾ ਪੂਰਾ ਕਰ ਲਵੇ। ਉਹ ਇੰਨਾ ਕੁ ਉਹਨੂੰ ਟਾਈਮ ਨੂੰ ਮੈਨੇਜ ਕਰਨਾ ਆਉਣਾ ਚਾਹੀਦਾ। ਟਾਈਮ ਮੈਨੇਜਮੈਂਟ ਜਿਹੜੀ ਹੈਗੀ ਆ ਐਂਟਰਪ੍ਰੇਨਿਓਰ ਲਈ ਬਹੁਤ ਜ਼ਰੂਰੀ ਹੈ। ਤਾਂ ਨੈਕਸਟ ਆਪਣਾ ਆ ਗਿਆ ਐਂਟਰਪ੍ਰੇਨਿਓਰਸ ਸਪੋਰਟ ਸਿਸਟਮ। ਹੁਣ ਦੇਖੋ, ਹੁਣ ਇੱਕ ਜਿਹੜਾ ਐਂਟਰਪ੍ਰੇਨਿਓਰ ਹੈ ਉਹਨੂੰ ਆਪਣਾ ਸਟਾਰਟਅਪ ਜਾਂ ਉਹਨੂੰ ਕੋਈ ਬਿਜ਼ਨਸ ਆਪਣਾ ਸ਼ੁਰੂ ਕਰਨ ਦੇ ਲਈ ਉਹਨੂੰ ਫਾਈਨੈਂਸ਼ੀਅਲ ਹੈਲਪ ਦੀ ਤਾਂ ਜ਼ਰੂਰਤ ਪਏਗੀ ਨਾ। ਹੁਣ ਇਸ ਕਰਕੇ ਆਪਣੀ ਤਾਂ ਨੈਕਸਟ ਆਪਣਾ ਆ ਗਿਆ ਐਂਟਰਪ੍ਰੇਨਿਓਰਸ ਸਪੋਰਟ ਸਿਸਟਮ। ਹੁਣ ਦੇਖੋ, ਹੁਣ ਇੱਕ ਜਿਹੜਾ ਐਂਟਰਪ੍ਰੇਨਿਓਰ ਹੈ ਉਹਨੂੰ ਆਪਣਾ ਸਟਾਰਟਅਪ ਜਾਂ ਉਹਨੂੰ ਕੋਈ ਬਿਜ਼ਨਸ ਆਪਣਾ ਸ਼ੁਰੂ ਕਰਨ ਦੇ ਲਈ ਉਹਨੂੰ ਫਾਈਨੈਂਸ਼ੀਅਲ ਹੈਲਪ ਦੀ ਤਾਂ ਜ਼ਰੂਰਤ ਪਏਗੀ ਨਾ। ਹੁਣ ਇਸ ਕਰਕੇ ਆਪਣੀ ਜਿਹੜੀ ਇੰਡੀਅਨ ਗਵਰਨਮੈਂਟ ਆ ਐਂਟਰਪ੍ਰੇਨਿਓਰਸ ਦੀ ਹੈਲਪ ਦੇ ਲਈ ਕਾਫੀ ਸਾਰੇ ਸਿਸਟਮ ਬਣਾਏ ਹੋਏ, ਜੋ ਕਿ ਆਪਾਂ ਅੱਗੇ ਪੜ੍ਹਾਂਗੇ। ਤਾਂ ਹੁਣ ਗੱਲ ਇਹ ਆਉਂਦੀ ਹੈ ਕਿ ਆਪਣੀ ਜਿਹੜੀ ਗਵਰਨਮੈਂਟ ਆ ਉਹ ਐਂਟਰਪ੍ਰੇਨਿਓਰਸ ਦੀ ਇੰਨੀ ਹੈਲਪ ਕਿਉਂ ਕਰਦੀ ਆ। ਤਾਂ ਉਹਦੇ ਪਿੱਛੇ ਵੀ ਇੱਕ ਰੀਜ਼ਨ ਆ, ਉਹ ਮੈਂ ਕੁਛ ਇੱਦਾਂ ਲਿਖਿਆ ਹੋਇਆ। ਐਂਟਰਪ੍ਰੇਨਿਓਰਸ਼ਿਪ ਕੈਨ ਕ੍ਰੀਏਟ ਇੰਪਲੋਇਮੈਂਟ ਟੂ ਰਿਡਿਊਸ ਬਰਡਨ ਫੋਰ ਗਵਰਨਮੈਂਟ। ਤਾਂ ਐਂਟਰਪ੍ਰੇਨਿਓਰਸ ਜਿਹੜੇ ਹੁੰਦੇ ਆ ਉਹ ਪ੍ਰੋਵਾਈਡਰ ਨੋਟ ਸੀਕਰ, ਮਤਲਬ ਉਹ ਜੋਬ ਦਿੰਦੇ ਹੈ। ਤਾਂ ਇੰਡੀਅਨ ਗਵਰਨਮੈਂਟ ਹੈ ਉਹਦਾ ਜਿਹੜਾ ਬਰਡਨ ਆ ਉਹ ਰਿਡਿਊਸ ਹੁੰਦਾ ਹੈ। ਐਨੀ ਕੰਟਰੀ GDP ਇਸ ਡਿਪੈਂਡ ਅਪੋਨ ਦਾ ਐਂਟਰਪ੍ਰੇਨਿਓਰ ਹੂ ਇਜ਼ ਲਿਵਿੰਗ ਇਨ ਦੈਟ ਕੰਟਰੀ। ਕਿਸੇ ਵੀ ਕੰਟਰੀ ਦਾ ਅਗਰ ਆਪਾਂ ਜਿਹੜਾ GDP ਆ ਉਹਦੀ ਜਿਹੜੀ ਇਕੋਨਮੀ ਹੈ ਉਹ ਉਸ ਕੰਟਰੀ ਦੇ ਵਿੱਚ ਰਹਿੰਦੇ ਹੋਏ ਜਿਹੜਾ ਐਂਟਰਪ੍ਰੇਨਿਓਰ ਆ ਉਹਦੇ 'ਤੇ ਹੀ ਡਿਪੈਂਡ ਕਰਦੀ ਹੈ। ਸੋ ਦ ਡਿਵੈਲਪਮੈਂਟ ਆਫ ਅ ਕੰਟਰੀ ਇਜ਼ ਡਿਪੈਂਡ ਅਪੋਨ ਦਾ ਐਂਟਰਪ੍ਰੇਨਿਓਰ। ਜਿਹੜੇ ਐਂਟਰਪ੍ਰੇਨਿਓਰਸ ਜਿੰਨੇ ਵੀ ਹੁੰਦੇ ਆ ਆਪਣੀ ਕੰਟਰੀ ਦੇ ਵਿੱਚ, ਉਹਨਾਂ 'ਤੇ ਹੀ ਜਿਹੜੀ ਕੰਟਰੀ ਦੀ ਜਿਹੜੀ GDP ਆ ਆਪਣੀ ਇਕੋਨਮੀ ਆ ਉਹਦੇ 'ਤੇ ਡਿਪੈਂਡ ਕਰਦੀ ਆ। ਤਾਂ ਇਸ ਕਰਕੇ ਜਿਹੜੀ ਆਪਣੀ ਗਵਰਨਮੈਂਟ ਆ ਉਹ ਜਿਹੜੀ ਆ ਉਹਨਾਂ ਦੀ ਬਹੁਤ ਹੈਲਪ ਕਰਦੀ ਆ। ਸਿਸਟਮਸ ਹੈ ਉਹਨਾਂ ਨੂੰ ਆਪਾਂ ਜਲਦੀ ਰੀਡ ਕਰ ਲੈਂਦੇ ਹਾਂ। ਡਿਸਟ੍ਰਿਕਟ ਇੰਡਸਟਰੀ ਸੈਂਟਰ DIC, ਨੈਸ਼ਨਲ ਸਮੋਲ ਇੰਡਸਟਰੀਜ਼ ਕਾਰਪੋਰੇਸ਼ਨ NSIC, ਸਮੋਲ ਇੰਡਸਟਰੀਜ਼ ਸਰਵਿਸਿਜ਼ ਇੰਸਟੀਟਿਊਟਸ SISI, ਸਮੋਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ SIDBI, ਕਮਰਸ਼ੀਅਲ ਬੈਂਕ CB, ਸਟੇਟ ਫਾਈਨੈਂਸ਼ੀਅਲ ਕਾਰਪੋਰੇਸ਼ਨਸ SFC। ਇਹ ਕੁਝ ਸਿਸਟਮਸ ਹੈ ਜਿਹੜੇ ਕਿ ਐਂਟਰਪ੍ਰੇਨਿਓਰਸ ਦੀ ਸਪੋਰਟ ਸਿਸਟਮ ਉਹਨਾਂ ਦੀ ਸਪੋਰਟ ਦੇ ਲਈ ਬਣਾਏ ਗਏ ਆ। ਦੇਅਰ ਆਰ ਮੈਨੀ ਇੰਸਟੀਟਿਊਟਸ ਇਨ ਇੰਡੀਆ ਐਟ ਸਟੇਟ ਲੈਵਲ ਟੂ ਪ੍ਰੋਵਾਈਡ ਫਾਈਨੈਂਸ਼ੀਅਲ ਸਪੋਰਟ ਐਂਡ ਦੇਅਰ ਸਰਵਿਸਿਜ਼ ਟੂ ਏ ਨਿਊ ਐਂਟਰਪ੍ਰੇਨਿਓਰ। ਸਮ ਇੰਸਟੀਟਿਊਟਸ ਐਂਡ ਦੇਅਰ ਸਰਵਿਸਿਜ਼ ਆਰ ਡਿਸਕਸ ਬਿਲੋ। ਉਹਨਾਂ ਦੇ ਵਿੱਚੋਂ ਕੁਝ ਥੱਲੇ ਦਿੱਤੇ ਗਏ ਜੋ ਕਿ ਜਿਨ੍ਹਾਂ ਨੂੰ ਆਪਾਂ ਰੀਡ ਕਰਦੇ ਹਾਂ ਹੁਣੇ। ਸਭ ਤੋਂ ਪਹਿਲਾਂ ਇਹਦੇ ਵਿੱਚ ਇਹਨਾਂ ਨੇ ਇਹੀ ਦਿੱਤਾ ਗਿਆ ਡਿਸਟ੍ਰਿਕਟ ਇੰਡਸਟਰੀ ਸੈਂਟਰ DIC, ਜਿੱਦਾਂ ਕਿ ਆਪਾਂ ਨੂੰ ਸੁਣਨ 'ਚ ਪਤਾ ਲੱਗ ਗਿਆ ਡਿਸਟ੍ਰਿਕਟ ਲੈਵਲ ਦੇ ਹੁੰਦੇ ਆ।
ਮੇਨ ਐਕਟੀਵਿਟੀ ਇਹਨਾਂ ਦਾ ਮੇਨ ਕੰਮ ਕੀ ਹੁੰਦਾ, ਟੂ ਡਿਵੈਲਪ ਐਂਡ ਪ੍ਰਮੋਟ ਸਮੋਲ ਸਕੇਲ ਇੰਡਸਟਰੀਜ਼, SISI ਇਹਦੀ ਸ਼ੋਰਟ ਫਾਰਮ ਦੱਸੀ ਹੋਈ ਆ। ਇਨ ਦ ਡਿਸਟ੍ਰਿਕਟ ਲੈਵਲ ਦ ਸਮੋਲ ਸਕੇਲ ਇੰਡਸਟਰੀਜ਼ ਮੀਨਸ ਦ ਇੰਸਟੀਟਿਊਟਸ ਦ ਇੰਡਸਟਰੀਜ਼ ਵਿਦ ਇਨਵੈਸਟਮੈਂਟ ਅਪ ਟੂ ₹1 ਕਰੋੜ। ਮਤਲਬ ਕਿ ਇਹ ਪ੍ਰਮੋਟ ਕਰਦਾ ਸਮੋਲ ਸਕੇਲ ਇੰਡਸਟਰੀਜ਼ ਨੂੰ ਡਿਸਟ੍ਰਿਕਟ ਲੈਵਲ ਦੇ ਉੱਤੇ, ਲੇਕਿਨ ਇਹ ਸਿਰਫ ਸਮੋਲ ਸਕੇਲ ਇੰਡਸਟਰੀਜ਼ ਨੂੰ ਹੈਲਪ ਕਰਦਾ। ਹੁਣ ਸਮੋਲ ਸਕੇਲ ਇੰਡਸਟਰੀਜ਼ ਦਾ ਮਤਲਬ ਕੀ ਹੈ ਕਿ ਜਿਹੜੀ ਇੰਡਸਟਰੀਜ਼ ਦੇ ਵਿੱਚ ਇਨਵੈਸਟਮੈਂਟ 1 ਕਰੋੜ ਤੋਂ ਥੱਲੇ ਦੀ ਹੋਣੀ ਹੋਵੇ, ਉਹਨਾਂ ਦੀ ਹੈਲਪ ਕਰਦਾ। ਤਾਂ ਨੈਕਸਟ ਆਪਣਾ ਆ ਗਿਆ ਫਾਈਨੈਂਸ਼ੀਅਲ ਸਕੀਮਸ। ਪ੍ਰਾਈਮ ਮਿਨਿਸਟਰ ਰੋਜ਼ਗਾਰ ਯੋਜਨਾ PMRY। ਹੁਣ ਇੱਥੇ ਨੇ ਦੇਖ ਲਓ, ਇੱਥੇ ਹਰ ਚੀਜ਼ ਦੇ ਨਾ ਸ਼ੋਰਟ ਫੋਰਮ ਦੱਸੀਆਂ ਹੋਈਆਂ। ਹੁਣ ਇਹ ਤੁਸੀਂ ਸ਼ੋਰਟ ਫੋਰਮ ਨੂੰ ਆਪਣੇ ਦਿਮਾਗ ਦੇ ਵਿੱਚ ਰੱਖਣਾ। ਅਗਰ ਤੁਹਾਨੂੰ ਐਗਜ਼ਾਮ ਦੇ ਵਿੱਚ SFC ਆ ਜਾਂਦੀ ਹੈ ਤਾਂ ਤੁਹਾਨੂੰ ਯਾਦ ਹੋਵੇ ਕਿ ਇਹ SFC ਦਾ ਮਤਲਬ ਹੈ ਸਟੇਟ ਫਾਈਨੈਂਸ਼ੀਅਲ ਕੋਰਪੋਰੇਸ਼ਨਸ। ਤਾਂ ਉੱਦਾਂ ਹੀ ਆ PMRY, ਪ੍ਰਾਈਮ ਮਿਨਿਸਟਰ ਰੋਜ਼ਗਾਰ ਯੋਜਨਾ। ਇਟ ਇਜ਼ ਫॉर ਸੈਲਫ ਇੰਪਲੋਇਮੈਂਟ ਸਕੀਮ ਫॉर ਐਜੂਕੇਟਿਡ ਐਂਡ ਅਨਇੰਪਲੋਇਡ ਯੂਥ ਔਰ ਸਿਟੀਜ਼ਨਸ ਆਫ ਇੰਡੀਆ। ਓਬਵੀਅਸ ਦੀ ਗੱਲ ਹੈ, ਜਿਹੜੇ ਇੰਡੀਆ ਦੇ ਸਿਟੀਜ਼ਨਸ ਆ ਉਹਨਾਂ ਦੇ ਲਈ ਸਕੀਮ ਹੈ ਇਹ। ਅਤੇ ਮਤਲਬ ਅਗਰ ਜਿਹੜੇ ਐਜੂਕੇਟਿਡ ਹੈ ਅਤੇ ਅਨਇੰਪਲੋਇਡ ਆ ਉਹਨਾਂ ਨੂੰ ਜੋਬਸ ਦੇਣ ਦੀ ਸਕੀਮ ਹੈ PMRY ਦੇ ਵਿੱਚ। ਅਤੇ ਇਹਦੇ ਲਈ ਕੀ ਹੋਣਾ ਜ਼ਰੂਰੀ ਹੈ, ਕਲਾਸ 8 ਪਾਸ ਮਿਨੀਮਮ ਇੰਨੀ ਤਾਂ ਹੋਣੀ ਹੀ ਚਾਹੀਦੀ ਹੈ। ਤਾਂ ਏਜ 18 to 35 ਈਅਰਸ ਹੋਣੀ ਚਾਹੀਦੀ ਹੈ। ਅਤੇ ਇਹ ਮੇਨਲੀ ਕਿਹਦੇ ਲਈ ਹੈ, SC ST ਵੂਮੈਨ ਜਾਂ ਫਿਰ ਫਿਜ਼ੀਕਲ ਹੈਂਡੀਕੈਪਡ ਜਿਹੜੇ ਹੁੰਦੇ ਆ। ਤਾਂ ਸਪੋਰਟ ਅਪ ਟੂ 1 ਕਰੋੜ ਇਹਦੇ ਵਿੱਚ 1 ਕਰੋੜ ਤੱਕ ਦੇ ਪੈਸੇ ਦੀ ਹੈਲਪ ਕੀਤੀ ਜਾਂਦੀ ਹੈ। ਹੁਣ ਇਹ ਕਿੰਨਾਂ ਦੇ ਲਈ ਕੀਤੀ ਜਾਂਦੀ ਹੈ, ਇਹ ਜਿਹਨਾਂ ਦੀ ਐਨੂਅਲ ਫੈਮਿਲੀ ਇਨਕਮ ਹੈ ਜਿਹੜੀ 40,000 ਤੱਕ ਹੋਵੇ ਜਾਂ ਉਸ ਤੋਂ ਘੱਟ ਹੋਵੇ। ਨੈਕਸਟ ਆਪਣਾ ਦੱਸਿਆ ਗਿਆ ਨੈਸ਼ਨਲ ਬੈਂਕ ਫਾਈਨੈਂਸ ਸਕੀਮ। ਇਟ ਇਜ਼ ਦਾ ਮੇਜਰ ਸਕੀਮ ਫॉर ਸਟਾਰਟਿੰਗ SSI ਯੂਨਿਟ। ਹੁਣ SSI ਜਿਹੜੀ ਹੈ ਇਹ ਸਮੋਲ ਸਕੇਲ ਇੰਡਸਟਰੀਜ਼ ਦੀ। This scheme is used by the people having low annual family income। ਇਹ ਉਹਨਾਂ ਦੇ ਲਈ ਸਕੀਮ ਹੈ ਅਤੇ ਉਹਨਾਂ ਦੁਆਰਾ ਯੂਜ਼ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਐਨੂਅਲ ਫੈਮਿਲੀ ਇਨਕਮ ਐਨੂਅਲ ਸਾਲ ਦੀ ਬਹੁਤ ਘੱਟ ਹੈ, ਪੂਰੇ ਸਾਲ ਦੀ। The main priority of this committee is to help the energetic entrepreneurs to get all clearance or approval from government to start SSI within 1 month। ਇਹਨਾਂ ਦਾ ਮੇਨ ਕੰਮ ਇਸ ਕਮੇਟੀ ਦਾ ਇਹ ਹੁੰਦਾ ਕਿ ਜਿਹੜੇ ਵੀ ਐਨਰਜੈਟਿਕ ਐਂਟਰਪ੍ਰੈਨਿਓਰਸ ਹੈ, ਜਿਹੜੇ ਯੂਥ ਹੈ, ਜਿਹੜੇ ਨਵੇਂ ਐਂਟਰਪ੍ਰੈਨਿਓਰਸ਼ਿਪ ਦੇ ਵਿੱਚ ਆਉਂਦੇ, ਤਾਂ ਉਹਨਾਂ ਨੂੰ ਅਗਰ ਕੋਈ ਵੀ ਡਾਊਟਸ ਹੈ ਤਾਂ ਉਸ ਡਾਊਟ ਨੂੰ ਕਲੀਅਰ ਕਰਨ ਦੇ ਲਈ ਅਤੇ ਉਹਨਾਂ ਨੂੰ ਗਵਰਨਮੈਂਟ ਵੱਲੋਂ ਅਪਰੂਵਮੈਂਟ ਦਿਵਾਉਣ ਲਈ ਕਿ ਉਹ ਆਪਣਾ SSI ਸਮੋਲ ਸਕੇਲ ਇੰਡਸਟਰੀ ਆਪਣੀ ਸ਼ੁਰੂ ਕਰ ਸਕਣ 1 ਮੰਥ ਦੇ ਵਿੱਚ ਅਪਰੂਵਮੈਂਟ ਦਿਵਾਉਣ ਲਈ। ਉਹਦੇ ਲਈ ਇਹ ਕਮੇਟੀ ਆ ਉਹ ਕੰਮ ਕਰਦੀ ਹੈ, ਉਹਦੇ ਲਈ ਕੰਮ ਕਰਦੀ ਹੈ। ਐਨੀ ਅਨਰੀਜ਼ਨੇਬਲ ਡਿਲੇ ਕੈਨ ਬੀ ਈਜ਼ੀਲੀ ਕਲੀਅਰਡ ਬਾਈ ਦਿਸ ਕਮੇਟੀ। ਕੋਈ ਵੀ ਅਨਰੀਜ਼ਨੇਬਲ ਕੋਈ ਡਿਲੇ ਹੈ, ਕੋਈ ਗਵਰਨਮੈਂਟ ਕੰਮ ਦੇ ਵਿੱਚ ਕੋਈ ਡਿਲੇ ਆ ਹੀ ਜਾਂਦਾ ਤਾਂ ਉਸ ਨੂੰ ਵੀ ਇਹ ਕਮੇਟੀ ਬਹਿ ਕੇ ਕਲੀਅਰ ਕਰਦੀ ਹੈ। ਸਪੋਂਸਰਿੰਗ ਲੋਨ ਐਪਲੀਕੇਸ਼ਨ। ਸਪੋਂਸਰਿੰਗ ਦਾ ਮਤਲਬ ਅਗਰ ਆਪਾਂ ਈਜ਼ੀ ਵਰਡਿੰਗ ਦੇ ਵਿੱਚ ਦੇਖੀਏ ਤਾਂ ਉਹ ਇੱਦਾਂ ਫਾਈਨੈਂਸ਼ੀਅਲੀ ਸਪੋਰਟ ਟੂ ਅ ਪਰਸਨ ਫਰੋਮ ਐਨ ਔਰਗੇਨਾਈਜੇਸ਼ਨ। ਕਿਸੇ ਪਰਸਨ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਨਾ ਕਿਸੇ ਔਰਗੇਨਾਈਜੇਸ਼ਨ ਦੇ ਵੱਲੋਂ ਸਪੋਂਸਰਿੰਗ ਕਹਿ ਲੈਂਦੇ ਉਹਨੂੰ ਆਪਾਂ। ਤਾਂ ਇਹਦੇ ਵਿੱਚ ਕੀ ਦੱਸਿਆ ਗਿਆ, ਦਿਸ ਕਮੇਟੀ ਪਾਸਿਸ ਲੋਨ ਐਪਲੀਕੇਸ਼ਨ ਆਫ ਆਲ ਬੈਂਕਸ ਐਂਡ ਬਿਲਸ ਰਿਲੇਟਿਡ ਟੂ ਪਰਚੇਸ ਆਫ ਐਨੀ ਇਕਵਿਪਮੈਂਟ ਔਰ ਐਨੀ ਮਸ਼ੀਨਰੀ। ਫਾਈਨੈਂਸ਼ੀਅਲ ਸਪੋਰਟ ਆ ਗਈ ਨਾ, ਕਿਸੇ ਵੀ ਤਰ੍ਹਾਂ ਦੇ ਲੋਨ ਦੀ ਐਪਲੀਕੇਸ਼ਨ ਨੂੰ ਬੈਂਕ ਦੇ ਵੱਲੋਂ ਪਾਸ ਕਰਨ ਦੇ ਲਈ ਹੈਲਪ ਕਰਦੀ ਹੈ। ਤਾਂ ਉਹਨੂੰ ਕਿਸੇ ਵੀ ਜਿਹੜਾ ਐਂਟਰਪ੍ਰੈਨਿਓਰ ਆ ਉਹਨੂੰ ਕਿਸੇ ਵੀ ਤਰ੍ਹਾਂ ਦੀ ਇਕਵਿਪਮੈਂਟ, ਕੋਈ ਨੂੰ ਮਸ਼ੀਨਰੀ ਚਾਹੀਦੀ ਇੰਡਸਟਰੀ, ਅਗਰ ਉਹਨੇ ਕੁਛ ਫੈਕਟਰੀ ਆਪਣੀ ਸ਼ੁਰੂ ਕਰਨੀ ਆ ਤਾਂ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਜਾਂ ਕੋਈ ਵੀ ਇਕਵਿਪਮੈਂਟ ਆ ਉਹਨੂੰ ਪਰਚੇਸ ਕਰਨ ਦੇ ਲਈ ਉਹਦੀ ਹੈਲਪ ਦੇ ਵਿੱਚ ਆ ਚੀਜ਼ ਕੰਮ ਆਉਂਦੀ ਹੈ, ਸਪੋਂਸਰਿੰਗ ਲੋਨ ਐਪਲੀਕੇਸ਼ਨਸ। ਤਾਂ ਨੈਕਸਟ ਆਪਣਾ ਹੈਗਾ ਵੇਰੀਅਸ ਸਬਸਿਡੀ ਸਕੀਮਸ। ਹੁਣ ਸਬਸਿਡੀ ਨੂੰ ਅਗਰ ਆਪਾਂ ਡਿਫਾਈਨ ਕਰੀਏ ਈਜ਼ੀ ਵਰਡਿੰਗ ਦੇ ਵਿੱਚ ਤਾਂ ਕੁਛ ਇੱਦਾਂ ਕਿ ਇਹ ਸਬਸਿਡੀ ਇਸ ਏ ਬੈਨੀਫਿਟ ਗਿਵਨ ਟੂ ਐਨ ਇੰਡੀਵਿਜੂਅਲ ਬਿਜ਼ਨਸ ਔਰ ਇੰਸਟੀਟਿਊਸ਼ਨ ਯੂਜੂਅਲੀ ਬਾਈ ਦ ਗਵਰਨਮੈਂਟ। ਕਿਸੇ ਗਵਰਨਮੈਂਟ ਦੇ ਦੁਆਰਾ ਹੈਲਪ ਨੂੰ ਸਬਸਿਡੀ ਕਹਿ ਲੈਂਦੇ ਆ। ਦ ਕਮੇਟੀ ਪ੍ਰੋਵਾਈਡ ਵੇਰੀਅਸ ਸਬਸਿਡੀ ਸਕੀਮਸ ਟੂ ਪ੍ਰਮੋਟ ਐਂਡ ਡਿਵੈਲਪ ਸਮੋਲ ਸਕੇਲ ਇੰਡਸਟਰੀਜ਼ ਇਨ ਪਰਟੀਕੂਲਰ ਲੋਕੇਸ਼ਨ। ਠੀਕ ਹੈ, ਹੁਣ ਐਨੀ ਐਂਟਰਪ੍ਰੈਨਿਓਰ ਕੈਨ ਯੂਜ਼ ਓਲ ਦੀਜ਼ ਸਕੀਮਸ ਟੂ ਸਟਾਰਟ ਹਿਸ ਬਿਜ਼ਨਸ ਐਂਡ ਟੂ ਸਟਾਰਟ ਐਂਟਰਪ੍ਰੈਨਿਓਰਸ਼ਿਪ। ਹੁਣ ਇੱਕ ਐਂਟਰਪ੍ਰੈਨਿਓਰ ਹੈ, ਜਿੰਨੀਆਂ ਵੀ ਸਕੀਮਸ ਆਪਾਂ ਹੁਣੇ ਡਿਸਕਸ ਕੀਤੀਆਂ ਇਹ ਸਾਰੀ ਸਕੀਮਸ ਨੂੰ ਯੂਜ਼ ਕਰਕੇ ਆਪਣਾ ਇੱਕ ਬਿਜ਼ਨਸ, ਆਪਣਾ ਇੱਕ ਸਟਾਰਟਅਪ ਉਹ ਸ਼ੁਰੂ ਕਰ ਸਕਦੇ ਆ। ਉਹਨਾਂ ਦੀ ਹੈਲਪ ਦੇ ਲਈ ਗਵਰਨਮੈਂਟ ਨੇ ਇਹ ਸਕੀਮਸ ਬਣਾਈਆਂ। ਹੁਣ ਉਹ ਕਿਉਂ ਬਣਾਈਆਂ ਉਹਦੇ ਬਾਰੇ ਵੀ ਆਪਾਂ ਪੜ੍ਹ ਚੁੱਕੇ ਹਾਂ ਕਿ ਗਵਰਨਮੈਂਟ ਨੂੰ ਇਹਦੇ ਵਿੱਚ ਕੀ ਫਾਇਦਾ, ਆਪਣੀ ਕੰਟਰੀ ਨੂੰ ਇਹਦੇ ਵਿੱਚ ਕੀ ਫਾਇਦਾ ਐਂਟਰਪ੍ਰੈਨਿਓਰਸ ਦੇ ਨਾਲ। ਆਪਣੀ ਕੰਟਰੀ ਨੂੰ, ਆਪਣੀ ਸਾਰੀ GDP, ਆਪਣੀ ਕੰਟਰੀ ਦੀ ਸਾਰੀ ਇਕੋਨਮੀ, ਉਹ ਸਾਰੀ ਹੀ ਜਿਹੜੀ ਹੈ ਉਸ ਕੰਟਰੀ ਦੇ ਵਿੱਚ ਰਹਿੰਦੇ ਹੋਏ ਐਂਟਰਪ੍ਰੈਨਿਓਰ 'ਤੇ ਡਿਪੈਂਡ ਕਰਦੀ ਹੈ। ਠੀਕ ਆ, ਕਲੀਅਰ ਆ, ਨੋ ਡਾਊਟ, ਨੋ ਰੋਕਟ ਸਾਇੰਸ।